ਬਾਹਰ ਦੇ ਮੁਲਕਾਂ 'ਚ ਖਾਲੀ ਕੁੜੀ ਨਾਲ ਸ਼ਾਦੀ ਕਰਨ ਨਾਲ ਪੇਪਰ ਨਹੀਂ ਬਣਦੇ, ਬਲਕਿ ਤੁਸੀਂ ਖੁਸਰੇ ਨਾਲ ਵੀ ਸ਼ਾਦੀ ਕਰੋ ਨਾ ਤੇ ਤਾਂ ਵੀ ਤੁਹਾਡੇ ਪੇਪਰ ਬਣ ਜਾਂਦੇ ਨੇ। ਇਸੇ ਤਰ੍ਹਾਂ ਇੱਕ ਸਟੂਡੈਂਟ ਹੈ, ਉਹਦਾ ਬੜਾ ਦਿਲ ਕਰਦਾ ਸੀ ਮੈਂ ਸਟੂਡੈਂਟ ਵੀਜ਼ਾ ਲਵਾ ਕੇ ਬਾਹਰ ਜਾਵਾਂ, ਲੇਕਿਨ ਉਹਦੇ ਘਰ ਦੇ ਇਤਨੇ ਵਸਾਇਲ ਨਹੀਂ ਸੀ ਹੈ, ਉਹ ਬਾਹਰ ਨਹੀਂ ਸੀ ਆ ਸਕਦਾ। ਉਹਦੇ ਨਾਲ ਦੇ ਜਿਤਨੇ ਵੀ ਉਹਦੇ ਯਾਰ ਦੋਸਤ ਸੀ ਸਾਰੇ ਸਟੂਡੈਂਟ ਵੀਜ਼ੇ ਲਵਾ ਕੇ ਬਾਹਰ ਆ ਗਏ ਸੀ। ਉਹਨੇ ਆਪਣੇ ਘਰਦਿਆਂ ਨੂੰ ਬੜੀ ਵਾਰੀ ਆਖਿਆ, ਲੇਕਿਨ ਘਰ ਦੇ ਕਹਿੰਦੇ ਨੇ ਪੁੱਤਰ ਸਾਡੇ ਤੇ ਅਸਰਾਂ ਦੇ ਹਾਲਾਤ ਕੋਈ ਨਹੀਂ, ਅਸੀਂ ਤੈਨੂੰ ਬਾਹਰ ਨਹੀਂ ਤੋਰ ਸਕਦੇ। ਉਹਦੇ ਜ਼ਿਹਨ 'ਚ ਅਚਾਨਕ ਆਇਆ ਕਿ ਸਾਡੇ ਰਿਸ਼ਤੇਦਾਰ ਨੇ ਮੁਲਤਾਨ ਚੰਗੇ ਭਲੇ ਸੌਖੇ ਨੇ, ਮੈਂ ਉਹਨਾਂ ਨਾਲ ਜਾ ਕੇ ਗੱਲ ਕਰਨਾ, ਹੋ ਸਕਦਾ ਉਹ ਮੇਰੀ ਮਦਦ ਕਰ ਦੇਣ। ਘਰਦਿਆਂ ਨੂੰ ਕਹਿੰਦਾ ਕਿ ਮੈਂ ਮੁਲਤਾਨ ਜਾਣਾ। ਮੁਲਤਾਨ ਤੂੰ ਕਿਉਂ ਜਾਣਾ? ਮੈਂ ਉਹਨਾਂ ਨਾਲ ਜਾ ਕੇ ਗੱਲ ਕਰਨੀ ਹੈ, ਹੋ ਸਕਦਾ ਉਹ ਮੈਨੂੰ ਪੈਸੇ ਦੇ ਦੇਣ। ਨੌਜਵਾਨ ਜਿਹੜਾ ਜਿਸ ਵੇਲੇ ਮੁਲਤਾਨ ਗਿਆ, ਜਾ ਕੇ ਉਹਨਾਂ ਨੂੰ ਕਹਿੰਦਾ ਕਿ ਮੈਂ ਬਾਹਰ ਜਾਣਾ ਚਾਹੁੰਦਾ, ਇਸ ਤਰ੍ਹਾਂ ਮੇਰੇ ਯਾਰ ਦੋਸਤ ਸਾਰੇ ਬਾਹਰ ਗਏ ਨੇ, ਚੰਗੇ ਭਲੇ ਪੈਸੇ ਪੇ ਕਮਾਉਂਦੇ ਨੇ ਤੇ ਤੁਸੀਂ ਮੇਰੀ ਮਦਦ ਕਰੋ। ਸਭ ਤੋਂ ਪਹਿਲਾਂ ਜਾ ਕੇ ਮੈਂ ਤੁਹਾਡੇ ਪੈਸੇ ਦਿਆਂਗਾ। ਉਹਨਾਂ ਆਖਿਆ ਪੁੱਤਰ ਤੈਨੂੰ ਕਿੰਨੇ ਕੁ ਪੈਸੇ ਚਾਹੀਦੇ? ਉਹਨੇ ਇਸੇ ਦੱਸੇ। ਉਹਨਾਂ ਆਖਿਆ ਠੀਕ ਹੈ ਪੁੱਤਰ ਅਸੀਂ ਤੈਨੂੰ ਦੇਨੇ ਆ ਪੈਸੇ, ਤੂੰ ਅਗਰ ਵੀਜ਼ਾ ਲੱਗਦਾ ਤੇ ਲਵਾ ਲੈ। ਉਹ ਬੜਾ ਖੁਸ਼ ਹੋਇਆ, ਉਹਨੇ ਜਨਾਬ ਸਾਰਾ ਪ੍ਰੋਸੈਸ ਕਰਨਾ ਸ਼ੁਰੂ ਕਰ ਦਿੱਤਾ। ਉਹਦਾ ਸਟੂਡੈਂਟ ਵੀਜ਼ਾ ਲੱਗ ਗਿਆ, ਬੜਾ ਖੁਸ਼ ਹੋਇਆ। ਘਰ ਆ ਕੇ ਅੰਮਾ ਨੂੰ ਦੱਸਿਆ ਕਿ ਮੇਰਾ ਸਟੂਡੈਂਟ ਵੀਜ਼ਾ ਲੱਗ ਗਿਆ। ਉਹ ਬੜੇ ਖੁਸ਼ ਹੈ। ਚੱਲ ਪੁੱਤਰ ਪਹਿਲਾਂ ਜਾ ਕੇ ਸਭ ਤੂੰ ਉਹਨਾਂ ਦੇ ਪੈਸੇ ਲਾਈ, ਉਸ ਤੋਂ ਬਾਅਦ ਸਾਡਾ ਵੀ ਤੂੰ ਖਿਆਲ ਕਰੋ। ਉਹਨੇ ਕਿਹਾ ਅੰਮਾ ਤੁਸੀਂ ਫਿਕਰ ਨਾ ਕਰੋ, ਮੈਂ ਜਾਂਦਾ ਹੀ ਤੁਹਾਡੇ ਵਾਸਤੇ ਆ ਪਿਆ, ਮੈਂ ਆਪਣੇ ਵਾਸਤੇ ਥੋੜੇ ਹੀ ਜਾ ਰਿਹਾ। ਨੌਜਵਾਨ ਖੁਸ਼ ਹੋ ਗਿਆ, ਆਪਣੇ ਯਾਰ ਨੂੰ ਉੱਤੇ ਫੋਨ ਮਾਰਿਆ ਕਿ ਮੇਰਾ ਵੀਜ਼ਾ ਲੱਗ ਗਿਆ, ਮੈਨੂੰ 에ਅਰਪੋਰਟ ਤੂੰ ਲੈਣ ਆਵੀਂ। ਉਹਨੇ ਕਿਹਾ ਠੀਕ ਹੈ ਤੂੰ ਆ ਜਾ ਤੇ ਮੈਂ 에ਅਰਪੋਰਟ ਤੇ ਤੈਨੂੰ ਲੈਣ ਆ ਜਾਗਾ। ਜਿਸ ਵੇਲੇ ਜਨਾਬ ਉਹਨੇ ਟਿਕਟ ਕਰਾਈ, 에ਅਰਪੋਰਟ ਤੇ ਪਹੁੰਚਿਆ, ਅੱਗੇ ਕੋਈ ਬੰਦਾ ਨਾ ਆਇਆ। ਉਹਨੇ ਜਨਾਬ ਉਹਨੂੰ ਕਾਲ ਮਾਰੀ, ਪਹਿਲਾਂ ਤੇ ਉਹ ਕਾਲ ਹੀ ਨਾ ਅੱਧਾ ਘੰਟਾ ਉਹਨੇ ਚੁੱਕੀ, ਉੱਥੇ 에ਅਰਪੋਰਟ ਤੇ ਇੰਤਜ਼ਾਰ ਕਰਦਾ ਰਿਹਾ। ਉਸ ਤੋਂ ਬਾਅਦ ਜਿਸ ਵੇਲੇ ਉਹਨੇ ਕਾਲ ਬੈਕ ਕੀਤੀ, ਉਹਨੇ ਕਿਹਾ ਯਾਰ ਮੈਂ ਤੇ ਕੰਮ ਤੇ ਆ, ਤੂੰ ਇੰਜ ਕਰ ਫਲਾਣੀ ਬੱਸ ਫੜ ਤੇ ਉਹਦੇ ਤੇ ਬਹਿ ਕੇ ਤੂੰ ਆ ਜਾ, ਅੱਗੋਂ ਮੈਂ ਤੈਨੂੰ ਦੱਸਾਂਗਾ ਕੀ ਕਰਨਾ ਹੈ। ਉਹ ਆਂਦਾ ਜੀ ਠੀਕ ਹੈ। ਉਹ ਜਨਾਬ ਜਿਸੇ ਬੱਸ ਫੜ ਕੇ ਤੇ ਉੱਥੇ ਪਹੁੰਚੇ। ਉਹਨੇ ਕਿਹਾ ਜੀ ਮੈਂ ਫਲਾਣੀ ਜਗ੍ਹਾ ਜਿੱਥੇ ਤੂੰ ਆਖਿਆ ਸੀ ਮੈਂ ਉੱਥੇ ਪਹੁੰਚਿਆ। ਉਹਨੇ ਕਿਹਾ ਗੱਲ ਸੁਣ ਤੂੰ ਇੰਜ ਕਰ ਮੈਨੂੰ ਵੀਡੀਓ ਕਾਲ ਕਰ, ਮੈਂ ਤੈਨੂੰ ਦੱਸਣਾ ਸਾਡਾ ਘਰ ਕਿੱਥੇ ਹੈ। ਉਹਨੇ ਜਨਾਬ ਸਾਰਾ ਉਹਨੂੰ ਦੱਸਿਆ ਤੇ ਸਿੱਧਾ ਉਹਨਾਂ ਦੇ ਫਲੈਟ 'ਚ ਉੱਥੇ ਉਹ ਪਹੁੰਚ ਗਿਆ। ਸ਼ਾਮੀ ਉਹ ਮੁੰਡਾ ਕੰਮ ਤੋਂ ਆਇਆ, ਉਹਨੇ ਆਖਿਆ ਯਾਰ ਸੌਰੀ ਮੈਂ ਜਿਹੜਾ ਤੈਨੂੰ ਲੈਣ ਨਹੀਂ ਆ ਸਕਿਆ ਕਿਉਂਕਿ ਮੈਂ ਕੰਮ ਤੇ ਸਾਂ, ਮਾਲਕ ਨੇ ਮੈਨੂੰ ਛੁੱਟੀ ਨਹੀਂ। ਉਹਨੇ ਕਿਹਾ ਯਾਰ ਚੱਲ ਕੋਈ ਮਸਲਾ ਨਹੀਂ। ਉਹਨੇ ਕਿਹਾ ਚੱਲ ਯਾਰ ਮੈਨੂੰ ਕਿਰੇ ਕੰਮ ਸ਼ਾਮ ਵੀ ਲਵਾ ਦੇ, ਨਾਲੇ ਮੇਰੇ ਦਾਖਲੇ ਵਾਸਤੇ ਯੂਨੀਵਰਸਿਟੀ ਜਿਹੜਾ ਜਾਣਾ। ਉਹਨੇ ਕਿਹਾ ਕੋਈ ਮਸਲਾ ਨਹੀਂ, ਮੈਂ ਤੇਰੇ ਨਾਲ ਹੋ ਕੇ ਜਾਵਾਂਗਾ, ਸਾਰਾ ਜਿਹੜਾ ਕੰਮ ਕਰਨਾ ਉਹ ਕਰਾਂਗਾ। ਉਹਨੇ ਜਨਾਬ ਪੂਰੀ ਉਹਦੀ ਮਦਦ ਕੀਤੀ। ਯੂਨੀਵਰਸਿਟੀ ਗਏ, ਜਾ ਕੇ ਸਾਰੀ ਫੀਸ ਸ਼ੀਸ ਦਾ ਜੋ ਵੀ ਮਸਲਾ ਸੀ ਉਹਨਾਂ ਹੱਲ ਕੀਤਾ। ਉਸ ਤੋਂ ਬਾਅਦ ਜਨਾਬ ਉਹ ਇੱਕ ਕਾਰਡ ਉਹਨੂੰ ਮਿਲ ਗਿਆ ਤੇ ਉੱਥੇ ਜਨਾਬ ਉਹ ਰਹਿਣਾ ਸ਼ੁਰੂ ਹੋ ਗਿਆ। ਉਹਨੇ ਕਿਹਾ ਯਾਰ ਮੈਨੂੰ ਕਿਧਰੇ ਜੋਬ ਵੀ ਲਵਾ ਦੇ। ਉਹਨੇ ਕਿਹਾ ਯਾਰ ਤੈਨੂੰ ਜੋਬ ਮੈਂ ਆਪਣੇ ਨਾਲ ਹੀ ਲਵਾ ਲਾਂਗਾ, ਤੂੰ ਟੈਨਸ਼ਨ ਨਾ ਲੈ। ਉਹਨੇ ਜਨਾਬ ਉਹਨੂੰ ਆਪਣੇ ਨਾਲ ਹੀ ਉੱਥੇ ਰੈਸਟੋਰੈਂਟ ਤੇ ਜੋਬ ਤੇ ਲਵਾ ਲਿਆ। ਉਹ ਜਨਾਬ ਹਾਫ ਟਾਈਮ ਕੰਮ ਕਰਦੇ ਸੀ, ਬਾਕੀ ਜਿਹੜਾ ਉੱਥੇ ਯੂਨੀਵਰਸਿਟੀ ਜਾਂਦੇ ਸੀ। ਉਹ ਮੁੰਡੇ ਨੇ ਆਖਿਆ ਇਸ ਤਰ੍ਹਾਂ ਤੇ ਮੇਰਾ ਗੁਜ਼ਾਰਾ ਨਹੀਂ ਹੋਣਾ। ਉਹਨੇ ਜਨਾਬ ਇੱਕ ਛੁੱਟੀ ਕਰਨੀ ਤੇ ਇੱਕ ਦਿਨ ਜਿਹੜਾ ਉਹ ਉੱਥੇ ਯੂਨੀਵਰਸਿਟੀ ਜਾਣਾ। ਯੂਨੀਵਰਸਿਟੀ ਜਿਸ ਵੇਲੇ ਵਾਪਸ ਆ ਕੇ ਕੰਮ ਤੇ ਫੇਰ ਟੁਰ ਜਾਂਦਾ, ਇਤਨੀ ਉਹਦੇ ਕੋਲ ਪੜ੍ਹਾਈ ਨਹੀਂ ਸੀ ਕਰਨ ਦੀ। ਘਰ ਦੇ ਬੜੇ ਖੁਸ਼ ਹੈ, ਪਿੱਛੇ ਪੈਸੇ ਦਬੋ ਦਬ ਟੋਰ ਰਿਹਾ ਸੀ। ਉਹ ਤੇ ਬੜਾ ਉਹਨੇ ਸਿਸਟਮ ਚਲਾ ਲਿਆ ਸੀ, ਨਾਲੇ ਉਹਨੇ ਜਿਨ੍ਹਾਂ ਦੇ ਪੈਸੇ ਦੇਣੇ ਉਹ ਪੈਸੇ ਵੀ ਸਾਰੇ ਇਹਨੇ ਲਾ ਦਿੱਤੇ ਸੀ। ਘਰਦਿਆਂ ਨੇ ਪੂਰਾ ਖੁਸ਼ ਹੋਏ ਸੀ, ਕਹਿੰਦੇ ਜੀ ਮੁੰਡਾ ਸਾਡਾ ਬੜਾ ਚੰਗਾ ਹੋ ਗਿਆ, ਬੜਾ ਸੈੱਟ ਹੋ ਗਿਆ। ਉਹ ਜਨਾਬ ਕਰਦਿਆਂ ਕਰਿਆ ਸਿਰਫ 3 ਸਾਲ ਗੁਜ਼ਰ ਗਏ ਤੇ ਉਹ ਜਿਹੜਾ ਪੜ੍ਹਾਈ ਘੱਟ ਕਰਦਾ ਸੀ ਤੇ ਜਿਹੜਾ ਜ਼ਿਆਦਾ ਕੰਮ ਕਰਦਾ ਸੀ, ਉਹਨਾਂ ਦਾ ਜਨਾਬ ਲੈਟਰ ਆ ਗਿਆ ਕਿ ਤੈਨੂੰ ਅਸੀਂ ਮਜ਼ੀਦ ਜਿਹੜਾ ਵੀਜ਼ਾ ਨਹੀਂ ਦੇ ਸਕਦੇ, ਇਸ ਵਾਸਤੇ ਤੈਨੂੰ ਸਾਡਾ ਮੁਲਕ ਛੱਡਣਾ ਪੈਣਾ। ਉਹ ਬੜਾ ਪਰੇਸ਼ਾਨ ਹੋ ਗਿਆ, ਆਪਣੇ ਯਾਰ ਨੂੰ ਕਹਿੰਦਾ ਕਿ ਯਾਰ ਮੈਂ ਕੀ ਕਰਾਂ ਹੁਣ। ਉਹਨੇ ਕਿਹਾ ਯਾਰ ਮੈਂ ਕੀ ਦੱਸ ਸਕਣਾ ਤੈਨੂੰ ਦੱਸਿਆ ਸੀ ਕਿ ਪੜ੍ਹਾਈ ਆਪਣੀ ਨਾਲ ਜਾਰੀ ਰੱਖ, ਜੇ ਤੂੰ ਨਹੀਂ ਰੱਖੇਗਾ, ਜੇ ਤੇਰਾ ਟੈਕਸ ਨਾ ਗਿਆ ਤੇ ਜ਼ਾਹਿਰੀ ਗੱਲ ਹੈ ਉਹਨਾਂ ਫਿਰ ਤੈਨੂੰ ਆਪਣੇ ਮੁਲਕ 'ਚ ਨਹੀਂ ਰਹਿਣ ਦੇਣਾ। ਲੇਕਿਨ ਤੂੰ ਆਖਿਆ ਕੋਈ ਮਸਲਾ ਨਹੀਂ, ਸਭ ਤੋਂ ਪਹਿਲਾਂ ਮੈਂ ਪੈਸੇ ਕਮਾਣੇ ਨੇ। ਉਹ ਬੜਾ ਪਰੇਸ਼ਾਨ ਹੋ ਗਿਆ, ਯਾਰ ਇਹ ਤੇ ਫੜ ਕੇ ਮੈਨੂੰ ਡਿਪੋਰਟ ਕਰ ਦੇਣਗੇ, ਕਿਸੇ ਹੋਰ ਮੁਲਕ ਕਿਸੇ ਬੰਦੇ ਨਾਲ ਗੱਲ ਕਰ ਜੇ ਮੈਂ ਉੱਥੇ ਜਾ ਸਕਾਂ। ਉਹਨੇ ਜਨਾਬ ਢੇਰ ਗੱਲਬਾਤ ਕੀਤੀ, ਲੇਕਿਨ ਕਿਧਰੇ ਕੋਈ ਦਾ ਬੰਦੋਬਸਤ ਨਾ ਆਇਆ। ਉਸ ਤੋਂ ਬਾਅਦ ਕਹਿੰਦਾ ਯਾਰ ਹੁਣ ਦੱਸ ਮੈਂ ਕੀ ਕਰਾਂ, ਕਿਸੇ ਕੁੜੀ ਨਾਲ ਮੇਰੀ ਸ਼ਾਦੀ ਕਰਾ ਦੇ। ਉਹਨੇ ਕਿਹਾ ਯਾਰ ਕੁੜੀਆਂ ਕਿਹੜਾ ਇੱਥੇ ਰਾਹ 'ਚ ਪਈਆਂ ਨੇ ਕਿ ਤੈਨੂੰ ਮੈਂ ਕਿਸੇ ਨਾਲ ਸ਼ਾਦੀ ਕਰਾ ਦਿਆਂ। ਉਹਨੇ ਕਿਹਾ ਯਾਰ ਹੁਣ ਫਿਰ ਮੈਂ ਕੀ ਕਰਾਂ। ਉਹਨੇ ਕਿਹਾ ਯਾਰ ਤੂੰ ਇੰਜ ਕਰ, ਸਾਰੀਆਂ ਗੱਲਾਂ ਛੱਡ, ਪਹਿਲਾਂ ਕੋਸ਼ਿਸ਼ ਕਰ ਡਿਸਕੋ ਵਗੈਰਾ ਜਾ, ਹੋ ਸਕਦਾ ਤੇਰੇ ਨਾਲ ਕੋਈ ਕੁੜੀ ਲੱਗ ਜੇ। ਉਹ ਜਨਾਬ ਤਕਰੀਬਨ ਮਹੀਨਾ ਸਾਰਾ ਡਿਸਕੋ ਜਾਂਦਾ ਰਿਹਾ, ਪੂਰਾ ਉਹਨੇ ਕੋਸ਼ਿਸ਼ ਕੀਤੀ ਲੇਕਿਨ ਕੋਈ ਕੁੜੀ ਉਹਦੇ ਨਾਲ ਨਾ ਲੱਗੀ। ਉਹਨੇ ਆਖਿਆ ਯਾਰ ਕੁੜੀ ਤੇ ਕੋਈ ਨੇੜੇ ਵੀ ਨਹੀਂ ਲੱਗਦੀ, ਸਾਡੇ ਵੱਲ ਤੱਕਦੀ ਵੀ ਨਹੀਂ, ਜਿਉਂ ਕੋਲ ਜਾ ਕੇ ਡਾਂਸ ਕਰਨੇ ਆ ਤੇ ਉਹ 4 ਮੀਟਰ ਪਰਾਂ ਹੋ ਜਾਂਦੀ ਹੈ। ਉਹਨੇ ਆਖਿਆ ਚੱਲ ਕੋਈ ਮਸਲਾ ਨਹੀਂ, ਤੂੰ ਇੰਜ ਕਰ, ਤੈਨੂੰ ਹੋਰ ਇੱਕ ਮੈਂ ਗੱਲ ਦੱਸਣਾ ਜੇ ਤੂੰ ਕਰ ਸੇ। ਉਹਨੇ ਆਖਿਆ ਕਿ? ਉਹਨੇ ਆਖਿਆ ਗੱਲ ਸੁਣ, ਉੱਥੇ ਨਾ ਪਰਾਂ ਖੁਸਰਿਆਂ ਦਾ ਡਿਸਕੋ ਹੈ, ਉੱਥੇ ਮੁੰਡੇ ਗਏ ਹੁੰਦੇ ਨੇ, ਕੋਈ ਨਾ ਕੋਈ ਤੁਹਾਡੇ ਨਾਲ ਜ਼ਰੂਰ ਲੱਗ ਜਾਂਦਾ। ਉਹਨੇ ਆਖਿਆ ਯਾਰ ਖੁਸਰਿਆਂ ਮੈਂ ਕਿਤੇ? ਉਹਨੇ ਆਖਿਆ ਖੁਸਰੇ ਵੀ ਜਿਹੜਾ ਪੇਪਰ ਬਣਵਾ ਦਿੰਦੇ, ਤੂੰ ਟੈਨਸ਼ਨ ਨਾ ਲੈ, ਤੂੰ ਜਾ ਸਹੀ ਉੱਥੇ। ਉਹ ਜਨਾਬ ਐਗਰੀ ਹੋ ਗਏ ਨੇ ਕਿ ਮੈਂ ਹੁਣ ਵਾਪਸ ਤੇ ਨਹੀਂ ਨਾ ਜਾਣਾ, ਇਹ ਮਸਾ ਮਾਰ ਕੇ ਤੇ ਮੈਂ ਪਿਛਲੇ ਸਾਰੇ ਪੈਸੇ ਲਾਏ ਸੀ। ਉਹ ਜਨਾਬ ਉੱਥੇ ਡਿਸਕੋ ਟੁਰ ਗਿਆ, ਅੱਗੋਂ 10 ਯੂਰੋ ਉੱਥੇ ਟਿਕਟ ਆਈ। ਜਿਸ ਵੇਲੇ ਉੱਥੇ ਗਿਆ ਜਨਾਬ ਉਹਨੇ ਡਾਂਸ ਡੂਸ ਕਰਨਾ ਸ਼ੁਰੂ ਕਰਤਾ,
ਇੱਧਰ ਤੱਕੇ ਚੰਗੇ ਤਗੜੇ ਤਗੜੇ, ਤੁਹਾਨੂੰ ਪਤਾ ਖੁਸਰੇ ਜਿਹੜੇ ਚੰਗੇ ਭਲੇ ਜਣੇ ਹੁੰਦੇ ਨੇ, ਇੱਕ ਸੱਟ ਮਾਰਨ ਤੇ ਬੰਦੇ ਨੂੰ ਥੱਲੇ ਢਾਲ ਦਿੰਦੇ ਨੇ। ਲੇਕਿਨ ਖੈਰ ਇਹ ਛੋਟਾ ਜਿਹਾ ਨਾਲ ਲੱਗਦਾ ਸੀ ਪਿਆ, ਆਸਤਾ ਆਸਤਾ ਉਹਦਾ ਡਾਂਸ ਡੂਸ ਕਰਦਾ ਰਿਹਾ। ਇੱਕ ਚੰਗਾ ਵੱਡਾ ਖੁਸਰਾ ਜਿਹੜਾ ਇਹਦੇ ਕੋਲ ਆ ਗਿਆ, ਆ ਕੇ ਇਹਦੇ ਨਾਲ ਡਾਂਸ ਡੂਸ ਕਰਨਾ ਸ਼ੁਰੂ ਹੋ ਗਿਆ ਤੇ ਇਹਨੂੰ ਨਾਲ ਲੈ ਲਿਆ। ਇੰਝ ਲੱਗਦਾ ਸੀ ਜਿਸ ਤਰ੍ਹਾਂ ਉਹਦਾ ਬੱਚਾ ਵੈ। ਖੈਰ ਕਰਦਿਆਂ ਕਰਾਇਆ ਉੱਥੇ ਉਹਨਾਂ ਦੀ ਗੱਪ ਸ਼ੱਪ ਹੋ ਗਈ। ਉਹ ਜਨਾਬ ਸਾਰਾ ਸਿਸਟਮ ਉਹਨੇ ਚਲਾ ਲਿਆ। ਖੁਸਰਾ ਨੂੰ ਉਹਦੇ ਨਾਲ ਜਿਹੜਾ ਘਰ ਟੁਰ ਗਿਆ। ਜਿਸ ਵੇਲੇ ਘਰ ਗਿਆ ਜਾ ਕੇ ਉੱਥੇ ਜਨਾਬ ਆਪਣਾ ਪੂਰਾ ਉਹਨੇ ਖੁਸਰੇ ਨੇ ਇੰਜੋਇਮੈਂਟ ਕੀਤਾ, ਉਹਨੂੰ ਨੰਬਰ ਸ਼ੰਬਰ ਦਿੱਤਾ। ਰੋਜ਼ ਦੂਸਰੇ ਦਿਹਾੜੇ ਖੁਸਰਾ ਨੂੰ ਫੋਨ ਕਰੇ ਕਿ ਤੂੰ ਆ ਜਾ। ਉਹ ਇਸ ਤਰ੍ਹਾਂ ਕਰਦਿਆਂ ਕਰਾਇਆ ਤਕਰੀਬਨ ਮਹੀਨਾ ਡੇਢ ਗੁਜ਼ਰਿਆ। ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹਨੇ ਖੁਸਰੇ ਨਾਲ ਲੱਗ ਗਈ ਹੈ ਤੇ ਚੰਗਾ ਭਲਾ ਤਗੜਾ ਖੁਸਰਾ ਵੈ। ਉਹ ਜਨਾਬ ਬਹਰਹਾਲ ਇਸ ਗੱਲ ਨੂੰ ਤੇ ਉਹ ਸੋਚਣ ਨੂੰ ਤਿਆਰ ਨਹੀਂ ਸੀ। ਉਹ ਤੇ ਕਹਿੰਦਾ ਵੀ ਕਿਸੇ ਤਰੀਕੇ ਨਾਲ ਮੇਰੇ ਪੇਪਰ ਬਣਨ। ਮੁੰਡੇ ਨੂੰ ਕਹਿੰਦਾ ਯਾਰ ਮੈਂ ਹੁਣ ਉਹਦੇ ਕੋਲ ਜਾਣਾ ਪਿਆ, ਉਹਦੇ ਕੰਮ ਵੀ ਸਾਰੇ ਆ ਰਿਹਾ, ਲੇਕਿਨ ਮਸਲਾ ਇਹ ਹੈ ਕਿ ਹੁਣ ਮੈਂ ਉਹਦੇ ਨਾਲ ਕਿਸ ਤਰ੍ਹਾਂ ਗੱਲ ਕਰਾਂ ਕਿ ਮੈਨੂੰ ਜਿਹੜਾ ਇੱਥੋਂ ਟਾਈਮ ਮਿਲਿਆ ਤੇ ਮੈਨੂੰ ਇਹਨਾਂ ਨੇ ਡਿਪੋਰਟ ਕਰ ਦੇਣਾ। ਉਹਨੇ ਆਖਿਆ ਤੂੰ ਉਹਦੇ ਨਾਲ ਗੱਲ ਕਰ, ਦੇਖੋ ਕੀ ਆਖਦਾ। ਉਹਦਾ ਠੀਕ ਹੈ। ਉਹਨੇ ਜਿਸੇ ਜਾ ਕੇ ਉਹਦੇ ਨਾਲ ਗੱਲ ਕੀਤੀ, ਖੁਸਰੇ ਨੇ ਆਖਿਆ ਮਸਲਾ ਹੀ ਕੋਈ ਨਹੀਂ, ਤੂੰ ਮੇਰੇ ਨਾਲ ਸ਼ਾਦੀ ਕਰ ਲੈ ਤੇ ਮੈਂ ਤੇਰੇ ਪੇਪਰ ਬਣਵਾ ਦੇਣਾ। ਉਹ ਜਨਾਬ ਉਹਨੇ ਜਾ ਉਹਦੇ ਨਾਲ ਸ਼ਾਦੀ ਕਰ ਲਈ। ਜਿਸੇ ਸ਼ਾਦੀ ਕਰਕੇ ਪੇਪਰ ਬਣਵਾਏ, ਉਹ ਜਨਾਬ ਸਾਰਿਆਂ ਨੂੰ ਪਤਾ ਸੀ ਕਿ ਇਹਨੇ ਖੁਸਰੇ ਨਾਲ ਜਿਹੜਾ ਸ਼ਾਦੀ ਕੀਤੀ ਹੈ। ਉਹ ਕਰਦਿਆਂ ਕਰਾਇਆ ਜਨਾਬ 4 ਸਾਲ ਉਸ ਖੁਸਰੇ ਨਾਲ ਰਿਹਾ। ਰਹਿਣ ਤੋਂ ਬਾਅਦ ਜਿਹੜਾ ਫਿਰ ਉਹਨੇ ਜਨਾਬ ਖੁਸਰੇ ਨੂੰ ਪੋਲਾ ਛੱਡ ਕੇ ਤੇ ਦੂਸਰੇ ਸ਼ਹਿਰ ਟੁਰ ਗਿਆ। ਜ਼ਾਹਰੀ ਗੱਲ ਉਹਦੇ ਪੇਪਰ ਪੱਕੇ ਉਹਨੂੰ ਲੱਭ ਗਏ ਸੀ। ਪੇਪਰ ਲੱਭਣ ਤੋਂ ਬਾਅਦ ਜਿਹੜਾ ਉਹਨੇ ਕੋਸ਼ਿਸ਼, ਕਾਫੀ ਮੁੰਡਿਆਂ ਨੇ ਇਹਦੀਆਂ ਵੀਡੀਓ ਬਣਾਈਆਂ ਸੀ, ਕਾਫੀ ਕਲਿੱਪ ਬਣਾਏ ਸੀ, ਨਾਲ ਜਾ ਕੇ ਬਹਿੰਦੇ ਸੀ, ਇਹਨੂੰ ਦੱਸਦੇ ਕੋਈ ਨਹੀਂ ਸੀ ਹੈ। ਜਿਸ ਵੇਲੇ ਦੂਜੇ ਸ਼ਹਿਰ ਟੁਰ ਗਿਆ, ਇਹਨਾਂ ਨਾਲ ਰਾਬਤਾ ਕੋਈ ਨਹੀਂ ਰਿਹਾ। ਉਸ ਤੋਂ ਬਾਅਦ ਇਹਦੀ ਮੰਗਣੀ ਹੋਈ ਹੈ ਇਸ ਵੇਲੇ ਪਾਕਿਸਤਾਨ। ਇਹਨੇ ਕੋਸ਼ਿਸ਼ ਕੀਤੀ ਹੈ ਕਿ ਮੈਂ ਪਾਕਿਸਤਾਨ ਜਾ ਕੇ ਸ਼ਾਦੀ ਕਰਾਂ। ਜਿਸ ਵੇਲੇ ਪਾਕਿਸਤਾਨ ਗਿਆ, ਮੰਗਣੀ ਇਹਦੀ ਹੋਈ ਸੀ ਤੇ ਉਹ ਜਨਾਬ ਜਿਸ ਵੇਲੇ ਸ਼ਾਦੀ ਦੀਆਂ ਤਿਆਰੀਆਂ ਚੱਲ ਰਹੀਆਂ ਸੀ ਤੇ ਕੁੜੀ ਵੀ ਬੜੀ ਖੁਸ਼ ਹੋਈ। ਜਿਹੜੇ ਮੁੰਡੇ ਯਾਰ ਦੋਸਤ ਸੀ ਉਹਨਾਂ ਨੰਬਰ ਲੈ ਕੇ ਨਾ ਤੇ ਇਹਦੀਆਂ ਫੋਟੋਆਂ ਵਗੈਰਾ ਜਿਹੜੀਆਂ ਨਾ ਉਹਦੀ ਮੰਗੇਤਰ ਨੂੰ ਸੈਂਡ ਕਰ ਦਿੱਤੀਆਂ। ਜਿਸ ਵੇਲੇ ਮੰਗੇਤਰ ਨੂੰ ਸੈਂਡ ਕੀਤੀਆਂ ਤੇ ਮੰਗੇਤਰ ਤੱਕ ਹੈਰਾਨ ਪਰੇਸ਼ਾਨ ਹੋ ਗਈ। ਇਹ ਤੇ ਉੱਥੇ ਖੁਸਰੇ ਨਾਲ ਲੱਗਾ ਰਿਹਾ, ਇਸ ਤਰ੍ਹਾਂ ਜਿਹੜਾ ਪਿਆਰ ਮੁਹੱਬਤ ਉਹਦੇ ਨਾਲ ਕਰਦਾ ਰਿਹਾ। ਢੇਰ ਜਿਹੜੀਆਂ ਵਾਹਿਯਾਤ ਫੋਟੋਆਂ ਛੋਟੋਆਂ ਹਰ ਚੀਜ਼ ਉੱਥੇ ਮੌਜੂਦ ਹੈ। ਉਹ ਜਨਾਬ ਜਿਸ ਵੇਲੇ ਉਹਨੇ ਸਾਰਾ ਕੁਝ ਤੱਕਿਆ, ਉਹਨੇ ਆਖਿਆ ਜੀ ਮੈਂ ਤੇ ਇਹਦੇ ਨਾਲ ਸ਼ਾਦੀ ਨਹੀਂ ਕਰਨੀ। ਉਹਨੇ ਇਨਕਾਰ ਕਰਤਾ। ਸਾਰੇ ਖਾਨਦਾਨ 'ਚ ਮਸ਼ਹੂਰ ਹੋ ਗਿਆ ਕਿ ਇਹਨੇ ਜਿਹੜਾ ਖੁਸਰੇ ਨਾਲ ਸ਼ਾਦੀ ਕੀਤੀ ਸੀ ਤੇ ਤਾਂ ਇਹਨੇ ਪੇਪਰ ਬਣਵਾਏ ਨੇ। ਉਹ ਸਾਰੇ ਜਿਹੜੇ ਹੱਥ ਤੇ ਹੱਥ ਮੱਲਣ, ਉਹਨਾਂ ਆਖਿਆ ਤੱਕੋ ਇਹਨੇ ਕੀਤਾ ਤੇ ਕੀਤਾ ਕੀ ਹੈ। ਇਸ ਤਰ੍ਹਾਂ ਦਾ ਇਹ ਮੁੰਡਾ ਨਿਕਲਿਆ, ਸਾਨੂੰ ਪਤਾ ਵੀ ਨਹੀਂ। ਘਰ ਦੇ ਵੀ ਅੱਗੂ ਆਉਂਦੇ ਨੇ ਪੁੱਤਰ ਤੂੰ ਕਿਹੜਾ ਕੰਮ ਕੀਤਾ, ਸਾਨੂੰ ਤੂੰ ਬਦਨਾਮ ਕਰਾ ਕੇ ਰੱਖ। ਉਹਨੇ ਆਖਿਆ ਗੱਲ ਸੁਣੋ, ਤੁਹਾਡੇ ਵਾਸਤੇ ਮੈਂ ਪੈਸੇ ਕਮਾਉਂਦਾ ਰਿਹਾ ਤੇ ਮੈਂ ਇਸ ਨੌਬਤ ਤੇ ਪਹੁੰਚਿਆ। ਜੇ ਮੈਂ ਆਪਣੇ ਕਾਗਜ਼ਾਂ ਮਗਰ ਲੱਗਦਾ ਨਾ ਤੇ ਫਿਰ ਤੁਹਾਨੂੰ ਕੱਖ ਨਹੀਂ ਸੀ ਲੱਭਣਾ। ਮੈਂ ਪਹਿਲਾਂ ਤੁਹਾਨੂੰ ਪੈਸੇ ਭੇਜਦਾ ਰਿਹਾ, ਫਿਰ ਮਜਬੂਰ ਹੋ ਕੇ ਮੈਂ ਉਹਦੇ ਨਾਲ ਲੱਗਣਾ। ਕਿਹਾ ਪੁੱਤਰ ਤੂੰ ਇਹ ਕੰਮ ਤੇ ਨਹੀਂ ਸੀ ਕਰਨਾ, ਕਿਸੇ ਕੁੜੀ ਨਾਲ ਸ਼ਾਦੀ। ਉਹਨੇ ਕਿਹਾ ਕੁੜੀਆਂ ਕਿਹੜਾ ਰਾਜ ਪਈਆਂ ਨੇ, ਮੈਂ ਉੱਤੇ ਕੁੜੀ ਨਾਲ ਸ਼ਾਦੀ ਕਰ ਲੈਂਦਾ। ਖੈਰ ਕਰਦਿਆਂ ਕਰਾਇਆ ਜਿਹੜਾ ਉਹ ਜਿਹੜਾ ਜਨਾਬ ਮਾਯੂਸ ਹੋ ਕੇ ਤੇ ਵਾਪਸ ਆ ਗਿਆ। ਉਹਨੇ ਕਿਹਾ ਜੀ ਹੁਣ ਮੈਂ ਪਾਕਿਸਤਾਨ ਵਾਪਸ ਜਾਣਾ ਹੀ ਨਹੀਂ। ਉਹ ਜਨਾਬ ਪਾਕਿਸਤਾਨ ਗਿਆ ਹੀ ਕੋਨਾ। ਫਿਰ ਉਹਨੇ ਉੱਥੇ ਹੀ ਕੋਈ ਗੋਰੀ ਸ਼ੋਰੀ ਕੋਈ ਤੱਕੀ ਬੁੱਢੀ ਜੀ ਉਹਦੇ ਨਾਲ ਉਹਨੇ ਰਹਿਣਾ ਸ਼ੁਰੂ ਕਰ ਦਿੱਤਾ। ਤੇ ਇਸ ਤਰ੍ਹਾਂ ਦੇ ਵੀ ਸਿਸਟਮ ਹੁੰਦੇ ਨੇ। ਘਰਦਿਆਂ ਦੇ ਪਿੱਛੇ ਜਿਹੜਾ ਬੰਦਾ ਆਪਣੀ ਜ਼ਿੰਦਗੀ ਵੀ ਖਰਾਬ ਕਰਦਾ, ਲੇਕਿਨ ਕੁਝ ਜ਼ਿਆਦਾ ਹੀ ਖਰਾਬ ਕਰ ਲੈਂਦੇ ਨੇ। ਪਿੱਛੋਂ ਆਪਣੇ ਮੁਸਤਕਬਲ ਦੇ ਬਾਰੇ 'ਚ ਨਹੀਂ ਸੋਚਦੇ। ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ, ਪਹਿਲਾਂ ਜਿਹੜਾ ਬਾਹਰ ਪਹੁੰਚਦੇ ਤੇ ਕੋਸ਼ਿਸ਼ ਕਰੋ ਆਪਣਾ ਸੈਟਅਪ ਬਣਾਓ, ਪੇਪਰ ਜਿਹੜਾ ਦਰੁਸਤ ਕਰੋ, ਉਸ ਤੋਂ ਬਾਅਦ ਸਾਰੇ ਕੰਮ ਕਰੋ। ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਬਾਕੀ ਅਗਰ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆ ਯਾਦ ਰੱਖਿਓ, ਆਪਣੀ ਸਿਹਤ ਦਾ ਖਿਆਲ ਰੱਖਿਓ। ਅੱਲਾ ਹਾਫਿਜ਼।